ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਮਹਾ ਸਿੰਘ ਅਤੇ ਰਾਜ ਕੌਰ ਦੇ ਘਰ ਗੁਜਰਾਂਵਾਲਾ, ਪੰਜਾਬ ਖੇਤਰ, ਮੌਜੂਦਾ ਪੰਜਾਬ, ਪਾਕਿਸਤਾਨ ਵਿੱਚ ਹੋਇਆ ਸੀ। ਉਸ ਦੀ ਮਾਤਾ ਰਾਜ ਕੌਰ ਜੀਂਦ ਦੇ ਸਿੱਖ ਰਾਜਾ ਗਜਪਤ ਸਿੰਘ ਦੀ ਧੀ ਸੀ। ਉਸ ਦੇ ਜਨਮ ਤੋਂ ਬਾਅਦ ਉਸ ਦਾ ਨਾਮ ਬੁੱਧ ਸਿੰਘ ਰੱਖਿਆ ਗਿਆ ਸੀ, ਜੋ ਅੰਮ੍ਰਿਤ ਸੰਚਾਰ ਕਰਨ ਲਈ ਸਭ ਤੋਂ ਪਹਿਲਾਂ ਸੀ। ਚੱਠਾ ਸਰਦਾਰ ਪੀਰ ਮੁਹੰਮਦ ਉੱਤੇ ਆਪਣੀ ਫੌਜ ਦੀ ਜਿੱਤ ਦੀ ਯਾਦ ਵਿੱਚ ਉਸ ਦੇ ਪਿਤਾ ਦੁਆਰਾ ਬੱਚੇ ਦਾ ਨਾਮ ਬਦਲ ਕੇ ਰਣਜੀਤ, ਸ਼ਾਬਦਿਕ ਲੜਾਈ ਵਿੱਚ ਜੇਤੂ ਸਿੰਘ, ਸ਼ੇਰ ਰੱਖਿਆ ਗਿਆ ਸੀ। ਰਣਜੀਤ ਸਿੰਘ ਨੂੰ ਇੱਕ ਬੱਚੇ ਦੇ ਰੂਪ ਵਿੱਚ ਚੇਚਕ ਦਾ ਸੰਕਰਮਣ ਹੋਇਆ, ਜਿਸ ਦੇ ਨਤੀਜੇ ਵਜੋਂ ਉਸ ਦੀ ਖੱਬੀ ਅੱਖ ਅਤੇ ਚਿਹਰੇ ਤੇ ਇੱਕ ਪੋਕ ਮਾਰਕ ਦੀ ਦ੍ਰਿਸ਼ਟੀ ਖਤਮ ਹੋ ਗਈ। ਉਹ ਕੱਦ ਵਿੱਚ ਛੋਟਾ ਸੀ, ਕਦੇ ਸਕੂਲ ਨਹੀਂ ਗਿਆ ਅਤੇ ਗੁਰਮੁਖੀ ਅੱਖਰ ਤੋਂ ਇਲਾਵਾ ਕੁਝ ਵੀ ਪੜ੍ਹਨਾ ਜਾਂ ਲਿਖਣਾ ਨਹੀਂ ਸਿੱਖਿਆ। ਹਾਲਾਂਕਿ ਉਸ ਨੂੰ ਘੋੜ ਸਵਾਰੀ, ਮਸਕਟਰੀ ਅਤੇ ਹੋਰ ਮਾਰਸ਼ਲ ਆਰਟਸ ਵਿੱਚ ਘਰ ਵਿੱਚ ਸਿਖਲਾਈ ਦਿੱਤੀ ਗਈ ਸੀ। ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਉਮਰ 12 ਸਾਲਾਂ ਦੀ ਹੀ ਸੀ ਕਿ ਆਪ ਦੇ ਪਿਤਾ ਜੀ ਸਵਰਗ ਸਿਧਾਰ ਗਏ। ਉਸ ਦੀ ਵਿਰਾਸਤ ਵਿੱਚ ਗੁਜਰਾਂਵਾਲਾ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡ ਸ਼ਾਮਲ ਸਨ, ਜੋ ਹੁਣ ਪਾਕਿਸਤਾਨ ਵਿੱਚ ਹਨ। 15 ਸਾਲ ਦੀ ਉਮਰ ਵਿੱਚ ਉਸਨੇ ਕਨਈਆਨ ਦੇ ਇੱਕ ਸਰਦਾਰ ਦੀ ਧੀ ਨਾਲ ਵਿਆਹ ਕਰ ਲਿਆ ਅਤੇ ਕਈ ਸਾਲਾਂ ਤੱਕ ਉਸ ਦੇ ਮਾਮਲਿਆਂ ਦਾ ਨਿਰਦੇਸ਼ਨ ਉਸ ਦੀ ਅਭਿਲਾਸ਼ੀ ਸੱਸ ਵਿਧਵਾ ਸਦਾ ਕੌਰ ਦੁਆਰਾ ਕੀਤਾ ਗਿਆ। ਨਕੀਆਨ ਦੀ ਇੱਕ ਕੁੜੀ ਨਾਲ ਦੂਜਾ ਵਿਆਹ ਰਣਜੀਤ ਸਿੰਘ ਨੂੰ ਸਿੱਖ ਸੰਘ ਦੇ ਕਬੀਲਿਆਂ ਵਿੱਚ ਪ੍ਰਮੁੱਖ ਬਣਾ ਦਿੱਤਾ। ਜੁਲਾਈ 1799 ਵਿੱਚ ਉਸਨੇ ਪੰਜਾਬ ਦੀ ਰਾਜਧਾਨੀ ਲਾਹੌਰ, ਹੁਣ ਪੰਜਾਬ ਸੂਬੇ, ਪਾਕਿਸਤਾਨ ਦੀ ਰਾਜਧਾਨੀ, ਉੱਤੇ ਕਬਜ਼ਾ ਕਰ ਲਿਆ। ਅਫਗਾਨ ਬਾਦਸ਼ਾਹ ਜ਼ਮਾਨ ਸ਼ਾਹ ਨੇ ਰਣਜੀਤ ਸਿੰਘ ਨੂੰ ਸ਼ਹਿਰ ਦਾ ਗਵਰਨਰ ਬਣਾਉਣ ਦੀ ਪੁਸ਼ਟੀ ਕੀਤੀ, ਪਰ 1801 ਵਿੱਚ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਪੰਜਾਬ ਦਾ ਮਹਾਰਾਜਾ ਘੋਸ਼ਿਤ ਕਰ ਦਿੱਤਾ। ਉਸ ਨੇ ਸਿੱਖ ਗੁਰੂਆਂ ਦੇ ਨਾਮ ਤੇ ਸਿੱਕੇ ਚਲਾਏ, ਸਿੱਖ ਆਗੂਆਂ ਦੀ ਸਤਿਕਾਰਤ ਲਾਈਨ ਅਤੇ ਸਿੱਖ ਕਾਮਨਵੈਲਥ ਦੇ ਨਾਮ ਤੇ ਰਾਜ ਦਾ ਪ੍ਰਬੰਧ ਕਰਨ ਲਈ ਅੱਗੇ ਵਧਿਆ। 1 ਸਾਲ ਬਾਅਦ ਉਸਨੇ ਅੰਮ੍ਰਿਤਸਰ, ਹੁਣ ਪੰਜਾਬ ਰਾਜ ਭਾਰਤ ਵਿੱਚ, ਉੱਤਰੀ ਭਾਰਤ ਵਿੱਚ ਸਭ ਤੋਂ ਮਹੱਤਵਪੂਰਨ ਵਪਾਰਕ ਉਦਯੋਗ ਅਤੇ ਸਿੱਖਾਂ ਦੇ ਪਵਿੱਤਰ ਸ਼ਹਿਰ ਉੱਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਉਸਨੇ ਛੋਟੀਆਂ ਸਿੱਖ ਅਤੇ ਪਸ਼ਤੂਨ ਰਿਆਸਤਾਂ ਨੂੰ ਆਪਣੇ ਅਧੀਨ ਕਰਨ ਲਈ ਅੱਗੇ ਵਧਿਆ, ਜੋ ਸਾਰੇ ਪੰਜਾਬ ਵਿੱਚ ਖਿੰਡੇ ਹੋਏ ਸਨ। ਪੂਰਬ ਵੱਲ ਉਸ ਦੇ ਬਾਅਦ ਦੇ ਹਮਲੇ, ਹਾਲਾਂਕਿ ਅੰਗਰੇਜ਼ਾਂ ਦੁਆਰਾ ਜਾਂਚੇ ਗਏ ਸਨ। ਉਹਨਾਂ ਨਾਲ 1806 ਵਿੱਚ ਹਸਤਾਖਰ ਕੀਤੇ ਗਏ ਇੱਕ ਸੰਧੀ ਦੁਆਰਾ ਉਹ ਇੱਕ ਮਰਾਠਾ ਫੋਰਸ ਨੂੰ ਬਾਹਰ ਕੱਢਣ ਲਈ ਸਹਿਮਤ ਹੋ ਗਿਆ, ਜਿਸ ਨੇ ਪੰਜਾਬ ਵਿੱਚ ਸ਼ਰਨ ਮੰਗੀ ਸੀ। ਫਿਰ ਅੰਗਰੇਜ਼ਾਂ ਨੇ ਦਿੱਲੀ ਦੇ ਆਸ-ਪਾਸ ਦੇ ਸਾਰੇ ਸਿੱਖ ਇਲਾਕਿਆਂ ਨੂੰ ਇਕੱਠਾ ਕਰਨ ਦੀ ਉਸ ਦੀ ਲਾਲਸਾ ਨੂੰ ਨਾਕਾਮ ਕਰ ਦਿੱਤਾ। ਰਣਜੀਤ ਸਿੰਘ ਨੇ ਫਿਰ ਆਪਣੀਆਂ ਇੱਛਾਵਾਂ ਨੂੰ ਹੋਰ ਦਿਸ਼ਾਵਾਂ ਵੱਲ ਮੋੜ ਲਿਆ ਅਤੇ ਅੱਗੇ ਵਧ ਰਹੀ ਕੁਰਕਾ ਫੌਜ ਨੂੰ ਹਰਾਉਣ ਤੋਂ ਬਾਅਦ ਕਾਂਗੜਾ ਆਪਣੇ ਲਈ ਹਾਸਲ ਕਰ ਲਿਆ। 1813 ਵਿੱਚ ਉਹ ਕਸ਼ਮੀਰ ਵਿੱਚ ਬਾਰਕਜ਼ੇ ਅਫਗਾਨ ਮੁਹਿੰਮ ਵਿੱਚ ਸ਼ਾਮਲ ਹੋਇਆ। ਭਾਵੇਂ ਬਾਰਕਜ਼ਿਆਂ ਨੇ ਕਸ਼ਮੀਰ ਨੂੰ ਆਪਣੇ ਕੋਲ ਰੱਖ ਕੇ ਉਸ ਨਾਲ ਧੋਖਾ ਕੀਤਾ, ਪਰ ਉਸਨੇ ਜ਼ਮਾਨ ਸ਼ਾਹ ਦੇ ਭਰਾ ਸ਼ਾਹ ਸ਼ੋਜਾ ਨੂੰ ਛੁਡਵਾ ਕੇ ਉਹਨਾਂ ਨਾਲ ਬਹੁਤ ਜ਼ਿਆਦਾ ਸਮਝੌਤਾ ਕੀਤਾ। ਸ਼ਾਹ ਸ਼ੋਜਾ ਨੂੰ ਲਾਹੌਰ ਲਿਜਾਇਆ ਗਿਆ ਅਤੇ ਮਸ਼ਹੂਰ ਕੋਹ-ਏ-ਨੂਰ ਹੀਰੇ ਨਾਲ ਵੱਖ ਹੋਣ ਲਈ ਦਬਾਅ ਪਾਇਆ ਗਿਆ। 1818 ਦੀਆਂ ਗਰਮੀਆਂ ਵਿੱਚ ਰਣਜੀਤ ਸਿੰਘ ਦੀਆਂ ਫੌਜਾਂ ਨੇ ਮੁਲਤਾਨ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਅਤੇ 6 ਮਹੀਨਿਆਂ ਬਾਅਦ ਉਹ ਪਿਸ਼ਾਵਰ ਵਿੱਚ ਦਾਖਲ ਹੋ ਗਏ।
ਜੁਲਾਈ 1819 ਵਿੱਚ ਉਸਨੇ ਅੰਤ ਵਿੱਚ ਪਸ਼ਤੂਨਾਂ ਨੂੰ ਕਸ਼ਮੀਰ ਦੀ ਘਾਟੀ ਵਿੱਚੋਂ ਕੱਢ ਦਿੱਤਾ ਅਤੇ 1820 ਤੱਕ ਉਸਨੇ ਸਤਲੁਜ ਅਤੇ ਸਿੰਧ ਦਰਿਆਵਾਂ ਦੇ ਵਿਚਕਾਰ ਪੂਰੇ ਪੰਜਾਬ ਉੱਤੇ ਆਪਣਾ ਰਾਜ ਮਜ਼ਬੂਤ ਕਰ ਲਿਆ। ਰਣਜੀਤ ਸਿੰਘ ਦੀਆਂ ਸਾਰੀਆਂ ਜਿੱਤਾਂ ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਦੀਆਂ ਪੰਜਾਬੀ ਫੌਜਾਂ ਦੁਆਰਾ ਪ੍ਰਾਪਤ ਕੀਤੀਆਂ ਗਈਆਂ ਸਨ। ਉਸ ਦੇ ਕਮਾਂਡਰ ਵੀ ਵੱਖ-ਵੱਖ ਧਾਰਮਿਕ ਭਾਈਚਾਰਿਆਂ ਵਿੱਚੋਂ ਸਨ, ਜਿਵੇਂ ਕਿ ਉਸ ਦੇ ਕੈਬਨਿਟ ਮੰਤਰੀ ਸਨ। 1820 ਵਿੱਚ ਰਣਜੀਤ ਸਿੰਘ ਨੇ ਆਪਣੀ ਫੌਜ ਦਾ ਆਧੁਨਿਕੀਕਰਨ ਕਰਨਾ ਸ਼ੁਰੂ ਕਰ ਦਿੱਤਾ। ਪੈਦਲ ਸੈਨਾ ਅਤੇ ਤੋਪਖਾਨੇ ਨੂੰ ਸਿਖਲਾਈ ਦੇਣ ਲਈ ਯੂਰਪੀਅਨ ਅਫਸਰਾਂ, ਜਿਨ੍ਹਾਂ ਵਿੱਚੋਂ ਬਹੁਤਿਆਂ ਨੇ ਨੈਪੋਲੀਅਨ ਆਏ ਦੀ ਫੌਜ ਵਿੱਚ ਸੇਵਾ ਕੀਤੀ ਸੀ, ਦੀ ਵਰਤੋਂ ਕੀਤੀ। 1831 ਵਿੱਚ ਅਤੇ 1837 ਵਿੱਚ ਪੇਸ਼ਾਵਰ ਉੱਤੇ ਇੱਕ ਅਫਗਾਨ ਜਵਾਬੀ ਹਮਲੇ ਨੂੰ ਰੋਕਿਆ। 1838 ਵਿੱਚ ਉਹ ਕਾਬੁਲ ਵਿਖੇ ਸ਼ਾਹ ਸ਼ੋਜਾ ਨੂੰ ਅਫਗਾਨ ਗੱਦੀ ਤੇ ਬਹਾਲ ਕਰਨ ਲਈ ਬ੍ਰਿਟਿਸ਼ ਵਾਇਸਰਾਏ ਲਾਰਡ ਆਕਲੈਂਡ ਨਾਲ ਇੱਕ ਸੰਧੀ ਲਈ ਸਹਿਮਤ ਹੋ ਗਿਆ। ਉਸ ਸਮਝੌਤੇ ਦੇ ਅਨੁਸਾਰ ਸਿੰਧ ਦੀ ਬ੍ਰਿਟਿਸ਼ ਫੌਜ ਦੱਖਣ ਤੋਂ ਅਫਗਾਨਿਸਤਾਨ ਵਿੱਚ ਦਾਖਲ ਹੋਈ। ਜਦੋਂ ਕਿ ਰਣਜੀਤ ਸਿੰਘ ਦੀਆਂ ਫੌਜਾਂ ਖੈਬਰ ਦਰੇ ਵਿੱਚੋਂ ਲੰਘੀਆਂ ਅਤੇ ਕਾਬੁਲ ਵਿੱਚ ਜਿੱਤ ਦੀ ਪਰੇਡ ਵਿੱਚ ਹਿੱਸਾ ਲਿਆ। ਥੋੜ੍ਹੀ ਦੇਰ ਬਾਅਦ ਰਣਜੀਤ ਸਿੰਘ ਬਿਮਾਰ ਹੋ ਗਿਆ ਅਤੇ ਜੂਨ 1839 ਵਿੱਚ ਲਾਹੌਰ ਵਿਖੇ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ 6 ਸਾਲਾਂ ਤੋਂ ਵੀ ਵੱਧ ਸਮੇਂ ਬਾਅਦ ਉਸ ਨੇ ਜੋ ਸਿੱਖ ਰਾਜ ਬਣਾਇਆ ਸੀ, ਉਹ ਵਿਰੋਧੀ ਸਰਦਾਰਾਂ ਦੇ ਆਪਸੀ ਝਗੜੇ ਕਾਰਨ ਢਹਿ ਢੇਰੀ ਹੋ ਗਿਆ।